ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਦਿਨ ਦੇ ਵੇਲੇ ਸੋਹਣੀ ਧੁੱਪ ਸੀ, ਪਰ ਸਵੇਰ ਦੇ ਵੇਲੇ ਤੇ ਰਾਤ ਦੇ ਵੇਲੇ ਬੇਹੱਦ ਧੁੰਦ ਹੁੰਦੀ ਹੈ। ਇੱਕਦਮ ਧੁੰਦ ਦੀ ਚਾਦਰ ਇਹੋ ਜਿਹੀ ਪਸਰਦੀ ਹੈ ਜਿਹਦੇ ਕਰਕੇ ਬਿਲਕੁਲ ਵਿਜ਼ੀਬਿਲਟੀ, ਜਿਹਨੂੰ ਅਸੀਂ ਦ੍ਰਿਸ਼ਟਤਾ ਕਹਿੰਦੇ ਹਾਂ, ਉਹ ਘਟ ਜਾਂਦੀ ਹੈ। ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 3 ਤੋਂ 4 ਦਿਨ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਦਿੱਲੀ ਦੇ ਕਈ ਹਿੱਸਿਆਂ ਦੇ ਵਿੱਚ ਸਵੇਰ ਦੇ ਵੇਲੇ, ਰਾਤ ਦੇ ਵੇਲੇ ਧੁੰਦ ਇਵੇਂ ਪੈਣੀ ਆ, ਪਰ ਦਿਨ ਦੇ ਵੇਲੇ ਮੌਸਮ ਠੀਕ ਰਹਿਣਾ। ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲਣੀ ਹੈ, ਖਿੜੀ ਰਹਿਣੀ ਹੈ ਧੁੱਪ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ ਉਹ ਹੈਗੀ ਆ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਹੀ। ਤੇ ਰਾਕੇਸ਼ ਟਕੈਤ ਹੋਰਾਂ ਦੇ ਵੱਲੋਂ ਕੁਝ ਦਿਨ ਪਹਿਲਾਂ ਇਹ ਗੱਲ ਕਹੀ ਗਈ ਸੀ ਕਿ 2 ਅਕਤੂਬਰ ਤੱਕ ਅਸੀਂ ਇਹ ਮਿੱਥ ਲਿਆ, ਕਿਸਾਨ ਅੰਦੋਲਨ ਜਿਹੜਾ ਜੇਕਰ ਕੇਂਦਰ ਦੀ ਸਰਕਾਰ ਨਾ ਮੰਨੀ ਤਾਂ 2 ਅਕਤੂਬਰ ਤੱਕ ਚੱਲੂਗਾ। ਇਸ ਗੱਲ ਦੇ ਉੱਤੇ ਗੁਰਨਾਮ ਸਿੰਘ ਚੜੂਨੀ ਤੇ ਕੁਝ ਹੋਰ ਨੇਤਾਵਾਂ ਨੇ ਇਹ ਕਿਹਾ ਸੀ ਕਿ ਪਤਾ ਨਹੀਂ ਉਹਨਾਂ ਨੇ ਕਿਉਂ ਇਹ ਬਿਆਨ ਦੇ ਦਿੱਤਾ। 2 ਅਕਤੂਬਰ ਦੀ ਗੱਲ ਪਤਾ ਨਹੀਂ ਕਿੱਥੋਂ ਆ ਗਈ ਹੈ। ਇਹ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਕੀਤੀ ਗਈ ਰਾਏ ਦੇ ਮੁਤਾਬਕ ਨਹੀਂ ਹੈ, ਇਹ ਉਹਨਾਂ ਦੀ ਆਪਣੀ ਮਰਜ਼ੀ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪੱਤਰਕਾਰਾਂ ਨੇ ਚੜੂਨੀ ਹੋਰਾਂ ਨੂੰ ਇਹ ਗੱਲ ਕਹੀ ਸੀ ਕਿ ਕੀ ਫਿਰ ਤੁਹਾਡੇ ਵਿੱਚ ਵਿਚਾਰਧਾਰਕ ਮਤਭੇਦ ਆ। ਉਹਨਾਂ ਨੇ ਕਿਹਾ ਸੀ ਜੀ ਕਿ ਇਹੋ ਜਿਹੀ ਕੋਈ ਗੱਲ ਨਹੀਂ, ਅਸੀਂ ਏਕੇ ਦੇ ਵਿੱਚ ਆ, ਅਸੀਂ ਸਾਰੇ ਇਕੱਠੇ ਆ, ਕਿਸੇ ਤਰ੍ਹਾਂ ਦਾ ਕੋਈ ਵਖਰੇਵਾਂ ਨਹੀਂ ਆ। ਸਾਡਾ ਇੱਕੋ ਹੀ ਇੱਕ ਪ੍ਰੋਗਰਾਮ ਆ, ਉਹ ਹੈ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਉਣੇ ਤੇ ਉਸ ਤੋਂ ਬਾਅਦ ਅਸੀਂ ਘਰਾਂ ਨੂੰ ਜਾਵਾਂਗੇ, ਨਹੀਂ ਤਾਂ ਨਹੀਂ ਜਾਂਦੇ। 2 ਸਾਡੀਆਂ ਪ੍ਰਮੁੱਖ ਮੰਗਾਂ ਪਹਿਲਾਂ ਰਹੀਆਂ, ਹੁਣ ਸਾਡੀਆਂ ਮੰਗਾਂ 5 ਹੋ ਗਈਆਂ। ਉਹਦੇ 'ਚ ਪਹਿਲੀ ਮੰਗ ਸੀਗੀ ਕਿ ਅਸੀਂ ਖੇਤੀ ਕਾਨੂੰਨ ਰੱਦ ਕਰਵਾਉਣੇ ਆ, ਲਿਖਤੀ ਤੌਰ ਦੇ ਉੱਤੇ MSP ਦੀ ਗਰੰਟੀ ਮਿਲੇ, ਸਵਾਮੀਨਾਥਨ ਫਾਰਮੂਲਾ ਲਾਗੂ ਹੋਵੇ ਤੇ 26 ਤਰੀਕ ਨੂੰ ਜਿਹੜੇ ਪਰਚੇ ਦਰਜ ਹੋਏ ਕਿਸਾਨਾਂ ਦੇ ਉੱਤੇ ਉਹ ਰੱਦ ਹੋਣ ਤੇ ਸਭ ਦੀ ਰਿਹਾਈ ਹੋਵੇ। ਇਹ ਹੁਣ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ। ਉਸ ਤੋਂ ਅਗਲੀ ਗੱਲ ਇਹ ਹੈ ਕਿ ਲੰਘੇ ਕੱਲ੍ਹ ਬਹਾਦਰਗੜ੍ਹ ਦੇ ਵਿੱਚ ਬਹੁਤ ਵੱਡੀ ਮਹਾਂ ਪੰਚਾਇਤ ਹੋਈ ਹੈ। ਇਹਦੇ ਵਿੱਚ ਠਾਠਾ ਮਾਰਦਾ ਇਕੱਠ ਹੋਇਆ। ਪੰਜਾਬ ਦੇ ਵਿੱਚ ਵੀ ਆਪਾਂ ਜਾਣਦੇ ਕਿ ਮਹਾਂ ਪੰਚਾਇਤਾਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ। ਆਪਾਂ ਜਾਣਦੇ ਹਾਂ ਕਿ 2 ਦਿਨ ਪਹਿਲਾਂ ਜਗਰਾਓਂ ਦੀ ਦਾਣਾ ਮੰਡੀ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ। ਹੁਣ ਵੀ ਪੰਜਾਬ ਦੇ ਵਿੱਚ 2-3 ਹੋਰ ਮਹਾਂ ਪੰਚਾਇਤਾਂ ਕਰਾਉਣ ਦੀ ਚਰਚਾ ਜਿਹੜੀ ਉਹ ਚੱਲ ਰਹੀ ਹੈ। ਪਰ ਬਹਾਦਰਗੜ੍ਹ ਦੀ ਇਸ ਮਹਾਂ ਪੰਚਾਇਤ ਦੇ ਵਿੱਚ ਰਾਕੇਸ਼ ਟਕੈਤ ਹੋਰਾਂ ਨੇ ਪੰਜਾਬੀਆਂ ਦਾ, ਪੰਜਾਬ ਵਾਸੀਆਂ ਦਾ ਤੇ ਸਿੰਘੂ ਦੇ ਨਾਲ ਜੁੜੇ ਹੋਏ ਜਿੰਨੇ ਵੀ ਇਸ ਵਕਤ ਕਿਸਾਨ ਆ, ਭਾਵੇਂ ਉਹ ਕਿਸੇ ਵੀ ਸੂਬੇ ਦੇ ਕਿਉਂ ਨਾ ਹੋਣ, ਉਹਨਾਂ ਦਾ ਦਿਲ ਜਿੱਤਿਆ, ਜਾਂ ਕਹਿ ਸਕਦੇ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਹੈ। ਟਕੈਤ ਹੋਰਾਂ ਨੇ ਗੱਲ ਕਹੀ ਹੈ ਕਿ ਮੰਚ ਤੇ ਪੰਚ ਸਿੰਘੂ ਹੀ ਰਹੂਗਾ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਇਸ ਗੱਲ ਦੀ ਚਰਚਾ ਜ਼ਰੂਰ ਚੱਲ ਰਹੀ ਸੀ ਕਿ ਹੁਣ ਸਿੰਘੂ ਦੀ ਥਾਂ ਦੇ ਉੱਤੇ ਗਾਜ਼ੀਪੁਰ ਦੇ ਬਾਰਡਰ ਦੇ ਉੱਤੇ ਸਭ ਦਾ ਧਿਆਨ ਵੱਧ ਕੇਂਦਰਿਤ ਹੋ ਗਿਆ। ਇਹ ਚਰਚਾ ਚੱਲ ਪਈ ਸੀ ਜੀ ਕਿ ਹੁਣ ਨਾਇਕ ਦੇ ਤੌਰ ਦੇ ਉੱਤੇ ਗਾਜ਼ੀਪੁਰ ਬਾਰਡਰ ਦੇ ਵਿੱਚ ਬੈਠੇ ਹੋਏ ਲੋਕ ਉੱਭਰ ਰਹੇ ਆ। ਇਹ ਚਰਚਾ ਚੱਲ ਪਈ ਸੀ ਕਿ ਰਾਕੇਸ਼ ਟਕੈਤ ਆ ਜਿਹੜਾ, ਉਹਦੇ ਉੱਤੇ ਵੱਧ ਧਿਆਨ ਕੇਂਦਰਿਤ ਆ ਤੇ ਬਾਕੀ ਜਿਹੜੇ ਕਿਸਾਨ ਆਗੂ ਆ ਉਹਨਾਂ ਦੇ ਵੱਲ ਘੱਟ ਧਿਆਨ ਜਾ ਰਿਹਾ। ਇਹਦੇ ਬਾਬਤ ਲੋਕਾਂ ਨੇ ਕਈ ਤਰ੍ਹਾਂ ਦੇ ਆਪੋ ਆਪਣੇ ਅਰਥ ਕੱਢਣੇ ਸ਼ੁਰੂ ਕਰ ਦਿੱਤੇ। ਪਰ ਟਕੈਤ ਹੋਰਾਂ ਨੇ ਇਹ ਗੱਲ ਕਹੀ ਹੈ ਟਕਾ ਕੇ ਕਿ ਇਹੋ ਜਿਹੀ ਕੋਈ ਗੱਲ ਨਹੀਂ ਆ। ਸਿੰਘੂ ਹੀ ਸਾਡਾ ਸਭ ਤੋਂ ਵੱਡਾ ਦਫ਼ਤਰ ਸੀ, ਹੈ ਤੇ ਰਹੂਗਾ। ਸਿੰਘੂ ਦੇ ਨਾਲ ਹੀ ਸਾਰੀਆਂ ਖਬਰਾਂ ਜਿਹੜੀਆਂ ਆਉਣੀਆਂ ਜ਼ਰੂਰੀ ਹੈ। ਤੇ ਸਿੰਘੂ ਦੇ ਮਾਮਲੇ ਦੇ ਵਿੱਚ ਜਾਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਮੰਚ ਤੇ ਪੰਚ ਕੋਈ ਵੀ ਨਹੀਂ ਬਦਲਿਆ ਜਾਊਗਾ। ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ 2 ਅਕਤੂਬਰ ਦਾ ਮਾਮਲਾ ਜਿਹੜਾ ਉਹ ਛੱਡੋ ਤੇ ਹੁਣ ਇਹ ਕਿਸਾਨ ਅੰਦੋਲਨ ਉਨਾ ਚਿਰ ਚੱਲੂਗਾ ਜਿੰਨੀ ਦੇਰ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਿਸਾਨਾਂ ਨੇ ਅਗਲੀਆਂ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਯਾਨੀ ਕਹਿਣ ਦਾ ਭਾਵ ਇਹ ਹੈ ਕਿ ਗਰਮੀ ਦੇ ਵਿੱਚ ਏਸੀਆਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ, ਕਿਉਂਕਿ ਅੱਜ ਮੈਂ ਰਿਪੋਰਟਾਂ ਪੜ੍ਹੀਆਂ, ਉਹਦੇ ਵਿੱਚ ਦੱਸਿਆ ਗਿਆ ਕਿ ਗਰਮੀ ਦੇ ਮੱਦੇਨਜ਼ਰ AC ਦਾ ਪ੍ਰਬੰਧ ਵੀ ਕੀਤਾ ਜਾ ਰਿਹਾ। ਜਿਹੜੇ ਘੁੰਮਣ ਵਾਲੇ ਪਾਣੀ ਵਾਲੇ ਪੱਖੇ ਹੁੰਦੇ ਆ ਉਹਨਾਂ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ। ਉੱਥੇ CCTV ਕੈਮਰਿਆਂ ਦਾ ਪ੍ਰਬੰਧ ਵੱਡੇ ਪੱਧਰ ਦੇ ਉੱਤੇ ਕੀਤਾ ਜਾ ਰਿਹਾ। ਠੰਡੇ ਪਾਣੀ ਦਾ ਪ੍ਰਬੰਧ ਵੀ ਆਉਂਦੇ ਦਿਨਾਂ ਦੇ ਵਿੱਚ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਣਾ, ਕਿਉਂਕਿ ਜਦੋਂ ਮਾਰਚ ਦੇ ਮਹੀਨੇ 'ਚ ਅਸੀਂ ਪੈਰ ਧਰ ਲਿਆ ਫਿਰ ਠੰਡ ਪਿੱਛੇ ਰਹਿ ਜਾਂਦੀ ਆ, ਗਰਮੀ ਦੇ ਵੱਲ ਅਸੀਂ ਵਧਣਾ ਸ਼ੁਰੂ ਹੋ ਜਾਂਦੇ ਆ। ਕਹਿਣ ਦਾ ਭਾਵ ਇਹ ਹੈ ਕਿ ਉੱਥੇ ਹੁਣ ਪੱਕੇ ਤੌਰ ਦੇ ਉੱਤੇ ਕਿਸਾਨ ਆ ਜਿਹੜੇ ਉਹ ਆਪਣਾ ਰਹਿਣ ਬਸੇਰਾ ਬਣਾਉਣਗੇ ਉਨੀ ਦੇਰ ਤੱਕ ਦੇ ਲਈ ਜਿੰਨੀ ਦੇਰ ਤੱਕ ਕੇਂਦਰ ਦੀ ਸਰਕਾਰ ਦੇ ਵੱਲੋਂ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ। ਤੇ ਕੇਂਦਰ ਦੀ ਸਰਕਾਰ ਦੇ ਸਿਰ ਨੂੰ ਪਤਾ ਨਹੀਂ ਕਿਹੜੀ ਗੱਲ ਚੜ੍ਹੀ ਹੈ, ਉਹ ਇਸ ਮਾਮਲੇ ਦੇ ਉੱਤੇ ਪੈਰੀਂ ਪਾਣੀ ਨਹੀਂ ਪੈਣ ਦਿੰਦੀ ਕਿ ਜੀ ਅਸੀਂ ਕਾਨੂੰਨ ਵਾਪਸ ਲਵਾਂਗੇ। ਪ੍ਰਧਾਨ ਮੰਤਰੀ ਸਾਹਿਬ ਨੇ ਰਾਜ ਸਭਾ ਤੇ ਲੋਕ ਸਭਾ ਦੇ ਵਿੱਚ ਖੜ ਕੇ ਜਿਵੇਂ ਕਿਸਾਨਾਂ ਨੂੰ ਚਿੜਾਇਆ ਅੰਦੋਲਨ ਜੀਵੀ ਕਹਿ ਕੇ, ਜਿਵੇਂ ਉਹਨਾਂ ਨੇ ਸਿੱਖ ਸ਼ਬਦ ਦੀ ਵਰਤੋਂ ਕੀਤੀ ਹੈ, ਯਾਨੀ ਕਿ ਹਿੰਦੂ ਸਿੱਖ ਦਾ ਮਸਲਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਸ ਤਰੀਕੇ ਦੇ ਨਾਲ ਉਹ ਇਹ ਗੱਲ ਕਹਿੰਦੇ ਆ ਕਿ ਗੁੰਮਰਾਹ ਹੋ ਗਏ ਆ ਕਿਸਾਨ, ਉਸ ਤੋਂ ਬਾਅਦ ਇਹ ਜਾਪਦਾ ਨਹੀਂ ਕਿ ਕੇਂਦਰ ਦੀ ਸਰਕਾਰ ਛੇਤੀ ਕਿਤੇ ਮੰਨਣ ਦੇ ਰੌਂ ਦੇ ਵਿੱਚ ਹੈਗੀ ਆ। ਪਰ ਟਕੈਤ ਹੋਰਾਂ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਸੱਚੀ ਟਕਾ ਕੇ ਕਹੀਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ।
ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਹੱਦਾਂ ਦੇ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਕੱਲ 79ਵਾਂ ਦਿਨ ਸੀ, ਯਾਨੀ ਕਿ 80 ਦਿਨ ਅੱਜ ਹੋ ਗਏ ਨੇ, ਪਰ ਕੋਈ ਹੱਲ ਨਿਕਲਣ ਦੀ ਥਾਂ ਦੇ ਉੱਤੇ ਅੰਦੋਲਨ ਲੰਮਾ ਹੀ ਖਿੱਚਿਆ ਜਾ ਰਿਹਾ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਕੈਤ ਨੇ ਸ਼ੁੱਕਰਵਾਰ ਨੂੰ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਦੁਹਰਾਉਂਦੇ ਹੋਏ ਕੇਂਦਰ ਸਰਕਾਰ ਦੇ ਉੱਤੇ ਨਿਸ਼ਾਨਾ ਵਿੰਨ੍ਹਿਆ। ਟਕੈਤ ਨੇ ਹਰਿਆਣਾ ਦੇ ਬਹਾਦਰਗੜ੍ਹ ਦੇ ਵਿੱਚ ਹੋਈ ਕਿਸਾਨ ਮਹਾਂ ਪੰਚਾਇਤ ਦੇ ਵਿੱਚ ਕਿਹਾ, ਅਸੀਂ ਦੇਸ਼ ਭਰ ਦੇ ਵਿੱਚ ਮਾਰਚ ਕੱਢਾਂਗੇ, ਗੁਜਰਾਤ ਜਾ ਕੇ ਇਹਨੂੰ ਆਜ਼ਾਦ ਕਰਵਾਵਾਂਗੇ। ਇਹ ਕੇਂਦਰ ਦੇ ਕੰਟਰੋਲ ਦੇ ਵਿੱਚ ਹੈ, ਭਾਰਤ ਆਜ਼ਾਦ ਹੈ, ਪਰ ਗੁਜਰਾਤ ਦੇ ਲੋਕ ਕੈਦ ਦੇ ਵਿੱਚ ਨੇ। ਜੇ ਉਹ ਅੰਦੋਲਨ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਜੇਲ੍ਹ ਹੋ ਜਾਂਦੀ ਹੈ। ਇਸ ਤੋਂ ਪਹਿਲਾਂ ਟਕੈਤ ਨੇ ਕਿਹਾ ਸੀ ਕਿ ਹੁਣ ਖੇਤੀ ਕਾਨੂੰਨਾਂ ਦੀ ਵਾਪਸੀ ਹੋਣ ਦੇ ਉੱਤੇ ਹੀ ਘਰ ਵਾਪਸੀ ਕਰਨਗੇ, ਸਾਡਾ ਮੰਚ ਤੇ ਪੰਚ ਨਹੀਂ ਬਦਲਣਗੇ, ਸਿੰਘੂ ਬਾਰਡਰ ਸਾਡਾ ਆਫਿਸ ਬਣਿਆ ਰਹੇਗਾ। ਜੇ ਸਰਕਾਰ ਅੱਜ ਗੱਲ ਕਰਨੀ ਚਾਹੇ ਤਾਂ ਵੀ ਅਸੀਂ ਤਿਆਰ ਹਾਂ, ਜੇ 10 ਦਿਨ ਬਾਅਦ ਚਾਹਵੇ ਤਾਂ ਵੀ ਤਿਆਰ ਹਾਂ, ਤੇ ਜੇਕਰ ਅਗਲੇ ਸਾਲ ਗੱਲ ਕਰਨੀ ਚਾਹਵੇ ਅਸੀਂ ਤਾਂ ਵੀ ਤਿਆਰ ਬਰ ਤਿਆਰ ਬੈਠੇ ਹਾਂ। ਅਸੀਂ ਦਿੱਲੀ ਦੀਆਂ ਕਿੱਲਾਂ ਪੱਟਣ ਤੋਂ ਬਿਨਾਂ ਵਾਪਸ ਨਹੀਂ ਪਰਤਾਂਗੇ। ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਵੀ ਵੀਰਵਾਰ ਨੂੰ ਲੋਕ ਸਭਾ ਦੇ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉੱਤੇ ਤਨਜ਼ ਕੱਸਿਆ ਸੀ। ਰਾਹੁਲ ਨੇ ਕਿਹਾ ਸੀ ਕਿ ਦੇਸ਼ ਨੂੰ 4 ਲੋਕ ਚਲਾ ਰਹੇ ਨੇ, ਹਮ ਦੋ ਹਮਾਰੇ ਦੋ। ਰਾਹੁਲ ਦੇ ਇਸ ਬਿਆਨ ਦੇ ਉੱਤੇ ਟਕੈਤ ਨੇ ਕਿਹਾ ਕਿ ਸੱਚ ਵਿੱਚ ਇਹੋ ਜਿਹੀ ਗੱਲ ਹੀ ਲੱਗਦੀ ਹੈ, ਦੇਸ਼ ਨੂੰ 4 ਲੋਕ ਚਲਾ ਰਹੇ ਨੇ, ਯਾਨੀ ਕਿ ਅਮਿਤ ਸ਼ਾਹ ਤੇ ਨਰਿੰਦਰ ਮੋਦੀ, ਤੇ ਉਹ ਆਪਣੇ ਚਹੇਤੇ ਯਾਨੀ ਕਿ ਅੰਬਾਨੀ ਤੇ ਅਡਾਨੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਕੜਾਕੇ ਦੀ ਠੰਡ ਚੱਲਣ ਤੋਂ ਬਾਅਦ ਅੰਦੋਲਨਕਾਰੀ ਕਿਸਾਨ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਤਿਆਰੀ ਕਰ ਰਹੇ ਨੇ। ਟਕੈਤ ਨੇ ਕਿਹਾ ਕਿ ਟੈਂਟਾਂ ਦੇ ਵਿੱਚ ਪੱਖੇ ਲਵਾਉਣੇ ਸ਼ੁਰੂ ਕਰ ਦਿੱਤੇ ਨੇ, ਨਾਲ ਹੀ ਟੈਂਟਾਂ ਦੀ ਉਚਾਈ ਵਧਾ ਕੇ ਅੰਦਰ ਇੱਕ ਹੋਰ ਟੈਂਟ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਗਰਮੀ ਤੋਂ ਬਚਿਆ ਜਾ ਸਕੇ। ਇਹਦੇ ਨਾਲ ਹੀ ਧਰਨਿਆਂ ਵਾਲੀਆਂ ਥਾਵਾਂ ਦੇ ਉੱਤੇ ਏਸੀ ਲੱਗੀਆਂ ਟਰਾਲੀਆਂ ਵੀ ਨਜ਼ਰ ਆਉਣਗੀਆਂ। ਟਕੈਤ ਇਹ ਗੱਲ ਕਹਿ ਚੁੱਕੇ ਨੇ ਇਸ ਤੋਂ ਪਹਿਲਾਂ ਕਿ ਇਹ ਅੰਦੋਲਨ ਘੱਟੋ ਘੱਟ ਅਕਤੂਬਰ ਮਹੀਨੇ ਤੱਕ ਚੱਲੇਗਾ, ਪਰ ਬਾਅਦ ਦੇ ਵਿੱਚ ਉਹਨਾਂ ਨੇ ਕਿਹਾ ਕਿ ਗੱਲ ਅਕਤੂਬਰ ਦੀ ਨਹੀਂ, ਇਹ ਅਣਮਿੱਥੇ ਸਮੇਂ ਦੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਸ ਤਰੀਕੇ ਦੇ ਨਾਲ ਰਾਕੇਸ਼ ਟਕੈਤ ਹੋਰਾਂ ਨੇ ਅੱਜ ਕਈ ਲੋਕਾਂ ਦੀ ਸ਼ੰਕਾ ਨਿਵਰਤੀ ਕੀਤੀ ਹੈ, ਇਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਜਿਸ ਤਰੀਕੇ ਦੇ ਨਾਲ ਸਮੇਂ-ਸਮੇਂ ਦੇ ਉੱਤੇ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਇਹ ਹਿੰਦੂ ਜਾਂ ਸਿੱਖ ਦਾ ਮੁੱਦਾ ਨਹੀਂ ਹੈ, ਇਹ ਅਸਲ ਦੇ ਵਿੱਚ ਕਿਸਾਨੀ ਦਾ ਮੁੱਦਾ। ਜਿਵੇਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਖਾਲਿਸਤਾਨ ਦਾ ਮੁੱਦਾ ਨਹੀਂ ਹੈ, ਇਹ ਅਸਲ ਦੇ ਵਿੱਚ ਜਾਗਦੀਆਂ ਜ਼ਮੀਰਾਂ ਦਾ ਤੇ ਇਹ ਫਸਲਾਂ ਤੇ ਨਸਲਾਂ ਦਾ ਮੁੱਦਾ, ਇਹ ਇਕੱਲੀ ਕਣਕ ਦਾ ਨਹੀਂ, ਇਹ ਸਗਦੀ ਅਣਖ ਦਾ ਵੀ ਮੁੱਦਾ ਹੈਗਾ। ਇਸੇ ਤਰੀਕੇ ਨਾਲ ਇਸ ਗੱਲ ਦੇ ਉੱਤੇ ਵੀ ਸ਼ੰਕਾ ਨਿਵਰਤੀ ਸਮੇਂ-ਸਮੇਂ ਦੇ ਉੱਤੇ ਕਰਨੀ ਚਾਹੀਦੀ ਆ। ਉਹ ਵੀ ਬਿਨਾਂ ਕੋਈ ਸਵਾਲ ਉੱਠਿਆ ਕਿ ਇਕੱਲਾ ਟਕੈਤ ਆਧਾਰਿਤ ਇਹ ਅੰਦੋਲਨ ਨਹੀਂ, ਇਸ ਅੰਦੋਲਨ ਦੇ ਵਿੱਚ ਜਿੰਨੇ ਵੀ ਕਿਸਾਨ ਆਗੂ ਨੇ, ਜਿੰਨੀਆਂ ਵੀ ਜਥੇਬੰਦੀਆਂ ਨੇ, ਉਹ ਸਾਰੀਆਂ ਇਕਜੁੱਟ ਹੈ। ਕਿਉਂਕਿ ਗੋਦੀ ਮੀਡੀਆ ਦੇ ਵੱਲੋਂ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਇੱਕ ਤਰੀਕੇ ਦੇ ਨਾਲ ਕਿ ਟਕੈਤ ਦੇ ਉੱਤੇ ਕੇਂਦਰਿਤ ਹੋ ਕੇ ਰਹਿ ਗਿਆ ਇਹ ਅੰਦੋਲਨ, ਤੇ ਬਾਕੀ ਜਿਹੜੇ ਕਿਸਾਨ ਆਗੂ ਆ ਪਿੱਛੇ ਛੱਡ ਦਿੱਤੇ ਗਏ ਆ। ਸ਼ੱਕ ਵੀ ਮਨ ਦੇ ਵਿੱਚ ਕਈ ਲੋਕਾਂ ਨੇ ਇਹ ਪੈਂਦਾ, ਸਭ ਦੇ ਪੈਣਾ ਕੁਦਰਤੀ ਵੀ ਹੈ, ਕਿਉਂਕਿ ਗਾਜ਼ੀਪੁਰ ਦੇ ਬਾਰਡਰ ਦੀ ਗੱਲ ਵੱਧ ਹੋ ਰਹੀ ਹੈ ਤੇ ਸਿੰਘੂ ਬਾਰਡਰ ਦੀ ਗੱਲ ਹੁਣ ਪਿਛਲੇ ਕੁਝ ਕੁ ਦਿਨਾਂ ਤੋਂ, ਕੁਝ ਕੁ ਹਫ਼ਤਿਆਂ ਤੋਂ ਵੈਸੇ ਘੱਟ ਹੋਣੀ ਸ਼ੁਰੂ ਹੋ ਗਈ ਸੀ। ਪਰ ਟਕੈਤ ਨੇ ਗੱਲ ਕਹੀ ਹੈ ਕਿ ਸਿੰਘੂ ਹੀ ਸਾਡਾ ਮੁੱਖ ਦਫ਼ਤਰ ਰਹੂਗਾ, ਇੱਥੇ ਪੰਚ ਤੇ ਮੰਚ ਨਹੀਂ ਬਦਲੇ ਜਾਣਗੇ। ਤੇ ਉਹਨਾਂ ਨੇ ਪਿਛਲੇ ਦਿਨੀ ਇਹ ਵੀ ਗੱਲ ਕਹੀ ਸੀ ਕਿ ਜਦੋਂ ਕਿਤੇ ਦੌੜ ਲੱਗੀ ਹੋਵੇ ਉਦੋਂ ਚੱਲਦੀ ਦੌੜ ਦੇ ਵਿੱਚ, ਲੱਗੀ ਹੋਈ ਦੌੜ ਦੇ ਵਿੱਚ ਘੋੜੇ ਨਹੀਂ ਬਦਲੇ ਜਾਂਦੇ। ਮਤਲਬ ਇਹ ਨਹੀਂ ਵੀ ਅੱਜ ਇਹਨੂੰ ਲਾਤਾ ਤੇ ਇਹਨੂੰ ਬਣਾਤਾ, ਕੱਲ ਨੂੰ ਉਹਨੂੰ ਇੱਦਾਂ ਕਰਤਾ, ਇਹਨੂੰ ਮੂਹਰੇ ਕਰਤਾ, ਉਹਨੂੰ ਪਿੱਛੇ ਕਰਤਾ। ਜੋ ਚੱਲ ਰਿਹਾ, ਜਿਵੇਂ ਚੱਲ ਰਿਹਾ, ਇਹ ਇਵੇਂ ਚੱਲੂਗਾ। ਤੇ ਸਾਡਾ ਇੱਕ ਨੁਕਾਤੀ ਪ੍ਰੋਗਰਾਮ ਹੈਗਾ ਕਿ ਕੇਂਦਰ ਦੀ ਸਰਕਾਰ ਦੀ ਅੜੀ ਭੰਨਣਾ, ਤੇ ਇਹ ਅੜੀ ਭੰਨ ਕੇ ਹੀ ਅਸੀਂ ਜਾਵਾਂਗੇ। ਟਕੈਤ ਹੋਰਾਂ ਨੇ ਇਹ ਗੱਲ ਫਿਰ ਕਹੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਵੀ ਦੁਨੀਆ ਭਰ ਦੇ ਵਿੱਚੋਂ ਹੁਣ ਹੋਰ ਵੱਡੇ ਪੱਧਰ ਤੇ ਸਹਿਯੋਗ ਮਿਲ ਰਿਹਾ। ਭਾਰਤ ਦੇ ਪ੍ਰਧਾਨ ਮੰਤਰੀ ਦੇ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਗੱਲ ਹੋਈ ਹੈ। ਪਤਾ ਲੱਗਾ ਕਿ ਖੇਤੀ ਕਾਨੂੰਨ ਦੇ ਮੁੱਦੇ ਦੇ ਉੱਤੇ, ਕਿਸਾਨੀ ਦੇ ਮੁੱਦੇ ਦੇ ਉੱਤੇ ਵੀ ਦੋਹਾਂ ਪ੍ਰਧਾਨ ਮੰਤਰੀਆਂ ਨੇ ਗੱਲਬਾਤ ਕੀਤੀ ਹੈ। ਇਸ ਤੋਂ ਪਹਿਲਾਂ ਭਾਰਤ ਦੀ ਸਰਕਾਰ ਦੇ ਕੁਝ ਅਧਿਕਾਰੀਆਂ ਨੂੰ ਇਸ ਗੱਲ ਤੇ ਵੱਟ ਬਹੁਤ ਚੜ੍ਹਿਆ ਸੀ ਵੀ ਜਸਟਨ ਟਰੂਡੋ ਹੋਰਾਂ ਨੇ ਭਾਰਤ ਦੇ ਮਾਮਲੇ ਦੇ ਵਿੱਚ ਦਖਲ ਕਿਉਂ ਦਿੱਤਾ, ਪਰ ਹੁਣ ਦੋਵਾਂ ਨੇਤਾਵਾਂ ਦੇ ਵੱਲੋਂ ਗੱਲ ਵੀ ਕੀਤੀ ਗਈ ਹੈ। ਚੰਗੀ ਗੱਲ ਹੈ। ਜੇਕਰ ਕੋਈ ਰਾਏ ਵੀ ਦੇਵੇ, ਭਾਵੇਂ ਸਾਡਾ ਵੈਰੀ ਵੀ ਹੋਵੇ, ਸਾਨੂੰ ਉਹਦੀ ਰਾਏ ਵੀ ਮੰਨਣੀ ਚਾਹੀਦੀ ਹੈ ਜੇਕਰ ਉਹ ਸਾਡੇ ਪੱਖ ਦੇ ਵਿੱਚ ਹੋਵੇ। ਤੇ ਟਰੂਡੋ ਦੇ ਨਾਲ ਜਾਂ ਕੈਨੇਡਾ ਦੇ ਨਾਲ ਤਾਂ ਸਾਡੇ ਸਬੰਧ ਵੈਸੇ ਹੀ ਬੜੇ ਸੁਲੱਖਣੇ ਆ, ਬਹੁਤ ਸੋਹਣੇ ਸਬੰਧ ਆ, ਕਿਉਂਕਿ ਪੰਜਾਬ ਦੇ ਤੇ ਭਾਰਤ ਦੇ ਬਾਕੀ ਵੱਖ-ਵੱਖ ਹਿੱਸਿਆਂ ਦੇ ਲੋਕ ਆ ਜਿਹੜੇ ਉਹ ਨੱਠ ਕੇ ਉੱਥੇ ਪੜ੍ਹਾਈ ਲਈ ਵੀ ਜਾਂਦੇ ਆ, ਕੰਮ ਦੇ ਸਿਲਸਿਲੇ ਦੇ ਵਿੱਚ ਵੀ ਜਾਂਦੇ ਆ, PR ਬੇਸ ਦੇ ਉੱਤੇ ਜਾਂਦੇ ਆ। ਸੋ ਇਸ ਕਰਕੇ ਜੇਕਰ ਕੋਈ ਰਾਏ ਦੇਵੇ ਤਾਂ ਉਹਨੂੰ ਇਹ ਨਾ ਕਹੀਏ ਕਿ ਤੂੰ ਸਾਡੇ ਮਾਮਲੇ ਦੇ ਵਿੱਚ ਦਖਲ ਕਿਉਂ ਦਿੰਦਾ। ਇਹਦਾ ਮਤਲਬ ਇਹ ਹੈ ਵੀ ਜੇਕਰ ਕੋਈ ਕਿਸੇ ਨੂੰ ਕੁੱਟੀ ਜਾਂਦਾ ਹੋਵੇ ਤੇ ਕੋਈ ਬੰਦਾ ਉਹਨੂੰ ਆ ਕੇ ਛਡਵਾਵੇ ਤਾਂ ਇਹ ਗੱਲ ਕਹੀ ਜਾਵੇ ਤੂੰ ਬਾਹਰਲਾ ਬੰਦਾ ਤੇ ਤੂੰ ਅੰਦਰ ਆ ਕੇ ਦਖਲ ਨਹੀਂ ਦੇਣਾ। ਮਨੁੱਖਤਾ ਦੇ ਨਾਂ ਦੇ ਉੱਤੇ, ਇਨਸਾਨੀਅਤ ਦੇ ਨਾਂ ਦੇ ਉੱਤੇ ਅਸੀਂ ਕਿਸੇ ਦੀ ਵਾਰ ਵੀ ਕਰਾਉਂਦੇ ਆ। ਅਸੀਂ ਇਹ ਵੀ ਗੱਲ ਕਹਿੰਦੇ ਆ ਵੀ ਭਾਈ ਇਹ ਗੱਲ ਅਣਮਨੁੱਖੀ ਹੈ, ਇੱਦਾਂ ਨਹੀਂ ਕਰਨਾ ਚਾਹੀਦਾ। ਤੇ ਭਾਰਤ ਦੇ ਵਿੱਚ ਸਰਕਾਰ ਦੇ ਵੱਲੋਂ ਜੋ ਅਣਮਨੁੱਖੀ ਵਰਤਾਓ ਕੀਤਾ ਜਾ ਰਿਹਾ
ਉਹਦੇ ਬਾਬਤ ਜੇਕਰ ਹਰਿਆਣਾ ਦੇ ਵੱਲੋਂ, ਟਰੂਡੋ ਦੇ ਵੱਲੋਂ, ਗ੍ਰੇਟਾ ਥਨਬਰਗ ਦੇ ਵੱਲੋਂ, ਇੰਗਲੈਂਡ ਦੀ ਪਾਰਲੀਮੈਂਟ ਦੇ ਵੱਲੋਂ, ਤਨਮਨਜੀਤ ਸਿੰਘ ਢੇਸੀ ਦੇ ਵੱਲੋਂ ਤੇ ਹੋਰਨਾਂ ਵੱਡੀਆਂ ਸ਼ਖਸੀਅਤਾਂ ਦੇ ਵੱਲੋਂ ਜੇਕਰ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਸਾਰਾ ਕੁਝ ਗਲਤ ਆ ਤੇ ਕਿਸਾਨ ਆਪਣੀ ਥਾਂ ਦੇ ਉੱਤੇ ਸਹੀ ਹੈ ਤੇ ਕੇਂਦਰ ਦੀ ਸਰਕਾਰ ਕਿਸਾਨੀ ਮੰਗਾਂ ਮੰਨੇ, ਤਾਂ ਇਹਦਾ ਮਤਲਬ ਇਹ ਨਹੀਂ ਕਿ ਕੋਈ ਭਾਰਤ ਦਾ ਸਤਿਕਾਰ ਨਹੀਂ ਕਰਦਾ। ਇਹਦਾ ਮਤਲਬ ਇਹ ਨਹੀਂ ਕਿ ਉਹ ਖਾਲਿਸਤਾਨੀ ਆ। ਇਹਦਾ ਮਤਲਬ ਇਹ ਨਹੀਂ ਕਿ ਉਹ ਤਿਰੰਗੇ ਦੀ ਕਦਰ ਨਹੀਂ ਕਰਦੇ। ਸਾਰਿਆਂ ਦੇ ਮਨ ਦੇ ਵਿੱਚ ਸਤਿਕਾਰ ਤਿਰੰਗੇ ਦੇ ਪ੍ਰਤੀ ਵੀ ਹੈ, ਪ੍ਰਧਾਨ ਮੰਤਰੀ ਦੇ ਪ੍ਰਤੀ ਵੀ ਹੈ, ਦੇਸ਼ ਦੇ ਪ੍ਰਤੀ ਵੀ ਹੈ, ਪਰ ਕਿਸਾਨੀ ਮੰਗ ਵਾਜਬ ਹੈ। ਇਸੇ ਕਰਕੇ ਸਾਰੇ ਲੋਕ ਹੱਕ ਦੇ ਵਿੱਚ ਖੜ੍ਹਦੇ ਆ ਕਿਸਾਨ ਭਾਈਚਾਰੇ ਦੇ। ਪੰਜਾਬ ਦੇ ਵਿੱਚ ਤੇ ਸਮੁੱਚੇ ਭਾਰਤ ਦੇ ਵਿੱਚ ਬਹੁਤ ਵਾਰ ਚੀਜ਼ਾਂ ਬਣ ਜਾਂਦੀਆਂ, ਇਮਾਰਤਾਂ ਖੜੀਆਂ ਹੋ ਜਾਂਦੀਆਂ, ਪਰ ਉਹਦੇ ਲਈ ਕੋਈ ਤਰੀਕਾ ਨਹੀਂ ਮਿੱਥਿਆ ਹੁੰਦਾ। ਮੈਂ ਹੈਰਾਨ ਹਾਂ ਇਸ ਗੱਲ ਦੇ ਉੱਤੇ ਵੀ ਕਈ ਵਾਰ ਕੋਈ ਪੁਲ ਬਣਦਾ, ਉਹ ਪੁਲ ਜਦੋਂ ਬਣਨਾ ਸ਼ੁਰੂ ਹੁੰਦਾ ਸਮੱਸਿਆ ਉਸੇ ਦਿਨ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਕੋਈ ਸੜਕ ਅੱਜ ਬਣਨੀ ਸ਼ੁਰੂ ਹੋਣੀ ਹੋਵੇ, ਅੱਜ ਤੋਂ ਹੀ ਸਮੱਸਿਆ ਸ਼ੁਰੂ, ਤੇ ਪਤਾ ਨਹੀਂ ਉਸ ਮਸਲੇ ਦਾ ਹੱਲ ਕਦੋਂ ਨਿਕਲਣਾ ਹੁੰਦਾ। ਉਹਨੇ ਫਾਇਦਾ ਲੋਕਾਂ ਨੂੰ ਕਦੋਂ ਦੇਣਾ, ਇਹ ਅਣਮਿੱਥੇ ਸਮੇਂ ਤੱਕ ਨਹੀਂ ਪਤਾ ਲੱਗਦਾ, ਪਰ ਉਹਨੇ ਨੁਕਸਾਨ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦੇਣਾ ਲੋਕਾਂ ਦਾ, ਇਹ ਗੱਲ ਪੱਕੀ ਹੁੰਦੀ ਹੈ। ਕੁਝ ਕੁ ਸਾਲ ਪਹਿਲਾਂ ਹੀ ਜਲੰਧਰ ਦੇ ਵਿੱਚ BMC ਚੌਂਕ ਦੇ ਕੋਲੇ 1 ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਪੁਲ ਬਣਾਇਆ ਗਿਆ। ਹੁਣ ਉਹ ਕਈ ਸੈਂਕੜੇ ਫੁੱਟ ਤੱਕ ਪੁਲ ਬੈਠ ਗਿਆ ਤੇ ਅਚਾਨਕ ਉਹ ਜਦੋਂ ਹੁਣ ਬੈਠ ਗਿਆ ਤੇ ਇਹਦੇ ਉੱਤੇ ਕਈ ਤਰ੍ਹਾਂ ਦੀ ਹੁਣ ਪੜਤਾਲ ਵੀ ਹੋਣੀ ਆ, ਪਰ ਪੜਤਾਲ ਹੀ ਰਹਿ ਜਾਣੀ ਆ, ਵਿੱਚੋਂ ਪਤਾ ਨਹੀਂ ਕੀ ਨਿਕਲ ਕੇ ਆਉਣਾ। ਵਿਦੇਸ਼ਾਂ ਦੇ ਵਿੱਚ ਇੱਦਾਂ ਨਹੀਂ ਹੁੰਦਾ। ਕਦੇ ਤੁਸੀਂ ਸੁਣਿਆ ਵੀ ਬਾਹਰਲੇ ਮੁਲਕਾਂ ਦੇ ਵਿੱਚ ਵੀ ਇੱਦਾਂ ਹੋਇਆ ਹੋਵੇ ਕਿ ਪੁਲ ਬਣਿਆ, ਕੁਝ ਕੁ ਸਾਲ ਬਾਅਦ ਉਹ ਬਹਿ ਗਿਆ, ਸੜਕ ਬਣੀ 2 ਮਹੀਨਿਆਂ ਬਾਅਦ ਉਹ ਟੁੱਟ ਗਈ, ਕਿਤੇ ਖਾਲ ਬਣਿਆ ਉਹ ਖਰਾਬ ਹੋ ਗਿਆ, ਸੀਵਰੇਜ ਅੱਜ ਪਿਆ ਕੱਲ੍ਹ ਨੂੰ ਬਲੌਕ ਹੋ ਗਿਆ। ਇਹ ਸਾਰਾ ਕੁਝ ਸਾਡੇ ਭਾਰਤ ਦੇ ਵਿੱਚ ਬਹੁਤਾ ਹੁੰਦਾ। ਤੇ ਕਿਉਂ ਹੁੰਦਾ, ਇਹਦੇ ਬਾਬਤ ਕਿਸੇ ਨੂੰ ਕੁਝ ਦੱਸਣ ਦੀ ਤੇ ਕਿਸੇ ਤੋਂ ਕੁਝ ਪੁੱਛਣ ਦੀ ਲੋੜ ਨਹੀਂ। ਇਹ ਸਾਰੀਆਂ ਗੱਲਾਂ ਇਸ ਕਰਕੇ ਚੇਤੇ ਆ ਰਹੀਆਂ ਕਿਉਂਕਿ ਸਾਡੇ ਕੋਲੇ ਯੋਜਨਾ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਹੈਰਾਨੀ ਉਦੋਂ ਹੁੰਦੀ ਹੈ ਜਦੋਂ ਅੱਗੇ ਅੱਗੇ ਸੜਕ ਬਣੀ ਜਾਂਦੀ ਹੈ ਤੇ ਮਗਰ ਟੈਲੀਫੋਨ ਦੀ ਤਾਰ ਪਾਉਣ ਵਾਸਤੇ ਸੜਕ ਪੱਟੀ ਜਾਂਦੇ ਹੁੰਦੇ ਆ। ਜੇਕਰ ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਹੋਵੇ ਤਾਂ ਨੁਕਸਾਨ ਲੋਕਾਂ ਦੇ ਪੈਸੇ ਦਾ ਨਾ ਹੋਵੇ, ਕਿਉਂਕਿ ਲੋਕਾਂ ਦੇ ਟੈਕਸ ਦੇ ਨਾਲ ਹੀ ਇਹ ਵਿਕਾਸ ਦੀਆਂ ਗੱਲਾਂ ਕਰੀਆਂ ਜਾਂਦੀਆਂ ਤੇ ਵਿਕਾਸ ਕਿੰਨਾ ਕੁ ਹੁੰਦਾ ਪਤਾ। ਪਰ ਬਠਿੰਡੇ ਦੇ ਹਵਾਈ ਅੱਡੇ ਦੇ ਨਾਲ ਸੰਬੰਧਿਤ ਖਬਰ ਆਈ ਹੈ। ਇਹ ਹਵਾਈ ਅੱਡਾ ਹੁਣ ਚਿੱਟੇ ਹਾਥੀ ਵਰਗਾ ਸਾਬਤ ਹੋ ਰਿਹਾ। ਪੰਜਾਬੀ ਟ੍ਰਿਬਿਊਨ ਦੀ ਖਬਰ ਹੈ, ਚਰਨਜੀਤ ਭੁੱਲਰ ਹੋਰਾਂ ਨੇ ਪੇਸ਼ ਕੀਤੀ ਹੈ। ਇਸ ਖਬਰ ਦੇ ਰਾਹੀਂ ਪਤਾ ਲੱਗਦਾ ਹੈ ਕਿ ਜੋ ਬਠਿੰਡੇ ਦਾ ਹਵਾਈ ਅੱਡਾ, ਉੱਥੇ ਉਡਾਣਾਂ ਬੰਦ ਹੋ ਗਈਆਂ। ਹਫ਼ਤੇ ਦੇ ਵਿੱਚ 3 ਵਾਰ ਜਹਾਜ਼ ਦਿੱਲੀ ਨੂੰ ਉੱਡਦਾ ਸੀ, ਪਰ ਉਹ ਹੁਣ ਬੰਦ ਹੋ ਗਿਆ ਕਿਉਂਕਿ ਕੇਂਦਰ ਦੀ ਸਰਕਾਰ ਨੇ ਆਪਣੀ ਸਬਸਿਡੀ ਬੰਦ ਕਰ ਦਿੱਤੀ ਹੈ। ਕੇਂਦਰ ਦੀ ਸਰਕਾਰ ਨੇ ਘੁੰਨੀ ਜੀ ਬਣ ਕੇ ਆਪਣਾ ਜਿਹੜਾ ਮਸਲਾ ਠੀਕ ਸਮਝਿਆ, ਪਰ ਜਿਹੜੇ ਲੋਕ ਆ ਉਹ ਘੱਟ ਜਾਂਦੇ ਸੀ, ਘੱਟ ਉਡਾਣ ਦਾ ਜਿਹੜਾ ਉਹ ਫਾਇਦਾ ਲੈਂਦੇ ਸੀ, ਘੱਟ ਉੱਥੋਂ ਫਲਾਈਟ ਲੈਂਦੇ ਸੀ। ਦੂਜੀ ਗੱਲ ਇਹ ਆ ਕਿ ਬਠਿੰਡੇ ਤੋਂ ਹੋਰ ਜਿਹੜੀਆਂ ਥਾਵਾਂ ਦੇ ਉੱਤੇ ਵੀ ਜਹਾਜ਼ ਜਾਂਦੇ ਸੀ ਉਹ ਵੀ ਹਾਲ ਦੀ ਘੜੀ ਬੰਦ ਹੋ ਗਏ ਆ। ਕਹਿਣ ਦਾ ਭਾਵ ਇਹ ਆ ਕਿ ਯੋਜਨਾਬੰਦੀ ਸਹੀ ਨਾ ਹੋਣ ਦੇ ਕਰਕੇ, ਕੇਂਦਰ ਦੀ ਸਰਕਾਰ ਦੇ ਵੱਲੋਂ ਬਜਟ ਨਾ ਦੇਣ ਦੇ ਕਰਕੇ, ਪ੍ਰਤੀ ਸਵਾਰੀ ਘਾਟਾ ਲਗਾਤਾਰ ਵਧਣ ਦੇ ਕਰਕੇ ਬਠਿੰਡੇ ਵਾਲਾ ਹਵਾਈ ਅੱਡਾ ਵੀ ਨਾ ਹੋਇਆ ਵਰਗਾ ਬਣ ਗਿਆ। ਵੈਸੇ ਅੱਜ ਮੈਂ ਇੱਕ ਥਾਂ ਤੇ ਰਿਪੋਰਟ ਪੜ੍ਹਦਾ ਸੀ ਕਿ ਭਾਰਤ ਸ਼ਾਇਦ ਇਹੋ ਜਿਹਾ ਇਕਲੌਤਾ ਮੁਲਕ ਬਣ ਜਾਵੇ ਆਉਂਦੇ ਸਮੇਂ ਦੇ ਵਿੱਚ ਜਿਹੜਾ ਆਪਣੀ ਏਅਰਲਾਈਨ ਵੀ ਨਾ ਰੱਖ ਸਕੇ, ਯਾਨੀ ਕਿ ਏਅਰ ਇੰਡੀਆ ਵੀ ਇੱਥੇ ਵਿਕਣ ਦੇ ਉੱਤੇ ਲਾਈ ਹੋਈ ਹੈ, ਉਹਦਾ ਖਰੀਦਦਾਰ ਕੋਈ ਨਹੀਂ ਲੱਭਦਾ। ਨਿੱਕੇ ਨਿੱਕੇ ਦੇਸ਼ ਆ ਜਿਹੜੇ ਛੋਟੇ ਦੇਸ਼, ਭਾਰਤ ਦੇ ਚੌਥੇ ਹਿੱਸੇ ਜਿੰਨੇ ਵੀ ਨਹੀਂ, ਉਹਨਾਂ ਦੇ ਕੋਲੇ ਆਪਣੀਆਂ ਸਫਲ ਏਅਰਲਾਈਨਾਂ, ਪਰ ਭਾਰਤ ਦੇ ਕੋਲੇ ਆਪਣੀ ਏਅਰਲਾਈਨ ਆ ਜਿਹੜੀ ਉਹ ਵਿਕਣੀ ਲਾਈ ਹੋਈ ਹੈ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਵਿਕ ਗਈਆਂ ਤੇ ਕਈਆਂ ਦੇ ਉੱਤੇ ਅੱਖ ਟਿਕਾਈ ਹੋਈ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਬਠਿੰਡਾ ਹਵਾਈ ਅੱਡੇ ਤੋਂ ਉਡਾਣਾਂ ਚਲਾਏ ਜਾਣ ਤੋਂ ਹਵਾਈ ਕੰਪਨੀ ਨੇ ਹੱਥ ਖੜੇ ਕਰ ਦਿੱਤੇ ਨੇ। ਹਵਾਈ ਕੰਪਨੀ ਅਲਾਇੰਸ ਏਅਰ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਬਿਨਾਂ ਸਬਸਿਡੀ ਤੋਂ ਬਠਿੰਡਾ ਦਿੱਲੀ ਹਵਾਈ ਉਡਾਣ ਚਲਾਉਣਾ ਘਾਟੇ ਦਾ ਸੌਦਾ ਹੈ। ਕੇਂਦਰ ਸਰਕਾਰ ਵੱਲੋਂ ਇਸ ਉਡਾਣ ਵਾਸਤੇ ਮਿਲਦੀ ਸਬਸਿਡੀ ਬੰਦ ਹੋ ਗਈ ਹੈ, ਜਿਸ ਤੋਂ ਬਾਅਦ ਇਸ ਹਵਾਈ ਅੱਡੇ ਦੇ ਭਵਿੱਖ ਦੇ ਉੱਤੇ ਸਵਾਲ ਖੜੇ ਹੋ ਗਏ ਨੇ। ਹਵਾਈ ਕੰਪਨੀ ਨੇ ਬਠਿੰਡੇ ਤੋਂ ਆਪਣਾ ਸਟਾਫ ਵੀ ਤਬਦੀਲ ਕਰ ਦਿੱਤਾ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਦੇਸ਼ ਭਰ ਦੇ ਤਕਰੀਬਨ 40 ਹਵਾਈ ਅੱਡੇ ਉਡੇ ਦੇਸ਼ ਕਾ ਆਮ ਨਾਗਰਿਕ ਸਕੀਮ ਦੇ ਤਹਿਤ ਲਿਆਂਦੇ ਗਏ ਸੀ ਤੇ 186 ਰੂਟਾਂ ਤੋਂ ਸਬਸਿਡੀ ਵਾਲੀ ਸਹੂਲਤ ਦਿੱਤੀ ਗਈ ਸੀ। ਬਠਿੰਡਾ ਹਵਾਈ ਅੱਡਾ 10 ਦਸੰਬਰ 2016 ਨੂੰ ਸ਼ੁਰੂ ਕੀਤਾ ਗਿਆ ਸੀ। ਸ਼ੁਰੂਆਤੀ ਸਮੇਂ ਦੇ ਪਹਿਲੇ 4 ਮਹੀਨੇ ਸਬਸਿਡੀ ਦਾ ਪੂਰਾ ਖਰਚ ਪੰਜਾਬ ਸਰਕਾਰ ਨੇ ਚੁੱਕਿਆ ਸੀ। ਉਸ ਮਗਰੋਂ ਖੇਤਰੀ ਸੰਪਰਕ ਸਕੀਮ ਤਹਿਤ ਕੇਂਦਰ ਸਰਕਾਰ ਵੱਲੋਂ ਉਡਾਣਾਂ ਵਾਸਤੇ ਸਬਸਿਡੀ ਸ਼ੁਰੂ ਕੀਤੀ ਗਈ, ਜਿਹਦੇ ਵਿੱਚ 80% ਕੇਂਦਰ ਦੇ ਵੱਲੋਂ ਤੇ 20% ਰਾਜ ਸਰਕਾਰ ਦੇ ਵੱਲੋਂ ਹਿੱਸੇਦਾਰੀ ਪਾਈ ਜਾਣੀ ਸੀ। ਬਠਿੰਡਾ ਹਵਾਈ ਅੱਡੇ ਤੋਂ ਉਡਾਣਾਂ 24 ਮਾਰਚ 2020 ਨੂੰ ਬੰਦ ਹੋ ਗਈਆਂ ਨੇ। ਉਸ ਪਿੱਛੋਂ 25 ਮਈ 2020 ਤੋਂ ਉਡਾਣਾਂ ਮੁੜ ਸ਼ੁਰੂ ਹੋਣੀਆਂ ਸਨ। ਵੇਰਵਿਆਂ ਦੇ ਮੁਤਾਬਕ ਬਠਿੰਡਾ ਦਿੱਲੀ ਉਡਾਣ ਦੇ ਲਈ ਸਬਸਿਡੀ ਅਪ੍ਰੈਲ 2020 ਤੱਕ ਦੇਣ ਦਾ ਸਮਾਂ ਸੀ। ਉਸ ਤੋਂ ਬਾਅਦ ਕੇਂਦਰ ਨੇ ਇਹ ਸਬਸਿਡੀ ਸਮਾਂ ਪੂਰਾ ਹੋਣ ਵਜੋਂ ਦੇਣੀ ਬੰਦ ਕਰ ਦਿੱਤੀ, ਜਿਸ ਕਰਕੇ ਇਸ ਹਵਾਈ ਅੱਡੇ ਤੋਂ ਮੁੜ ਉਡਾਣ ਸ਼ੁਰੂ ਨਹੀਂ ਹੋ ਸਕੀ। ਬਠਿੰਡਾ ਦਿੱਲੀ ਲਈ ਹਫ਼ਤੇ ਦੇ ਵਿੱਚ 3 ਉਡਾਣਾਂ ਸੀ। ਬਠਿੰਡਾ ਜੰਮੂ ਉਡਾਣ ਵੀ ਇਸ ਵੇਲੇ ਬੰਦ ਹੋ ਗਈ ਹੈ। ਇੱਕ ਵਾਰਾ ਬੀਤ ਚੱਲਿਆ, ਪਰ ਸੂਬੇ ਦੀ ਸਰਕਾਰ ਨੇ ਇਹਦੇ ਬਾਰੇ ਕੋਈ ਉਪਰਾਲਾ ਨਹੀਂ ਕੀਤਾ। ਅਲਾਇੰਸ ਏਅਰਲਾਈਨ ਦਾ ਤਰਕ ਹੈ ਕਿ ਘੱਟ ਯਾਤਰੀ ਹੋਣ ਦੇ ਕਰਕੇ
ਵਪਾਰਕ ਤੌਰ ਦੇ ਉੱਤੇ ਬਿਨਾਂ ਸਬਸਿਡੀ ਤੋਂ ਉਡਾਨ ਚਲਾਉਣੀ ਘਾਟੇ ਵਾਲਾ ਕਾਰੋਬਾਰ ਹੈ। ਬਠਿੰਡਾ ਦਿੱਲੀ ਵਾਸਤੇ 70 ਸੀਟਾਂ ਵਾਲਾ ਜਹਾਜ਼ ਚੱਲਦਾ ਹੈ, ਜਿਸ ਦੀਆਂ ਪਹਿਲੀਆਂ 35 ਸੀਟਾਂ ਦੇ ਉੱਤੇ ਸਬਸਿਡੀ ਦਿੱਤੀ ਜਾਂਦੀ ਹੈ। ਪ੍ਰਤੀ ਯਾਤਰੀ ਕਰੀਬ 3311 ਰੁਪਏ ਦੀ ਸਬਸਿਡੀ ਸੀ, ਜਿਹਦੇ ਵਿੱਚੋਂ 2600 ਤੇ 48 ਰੁਪਏ ਕੇਂਦਰ ਦੀ ਸਰਕਾਰ ਨੇ ਤੇ 662 ਰੁਪਏ ਪੰਜਾਬ ਦੀ ਸਰਕਾਰ ਨੇ ਹਿੱਸਾ ਪਾਉਣਾ ਹੁੰਦਾ ਸੀ। ਤੇ ਬਠਿੰਡਾ ਦਿੱਲੀ ਉਡਾਨ ਦੇ ਲਈ ਅੰਦਾਜ਼ਨ ਸਾਲਾਨਾ ਸਬਸਿਡੀ 8 ਕਰੋੜ ਤੇ 46 ਲੱਖ ਰੁਪਏ ਰੱਖੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਿਵੇਂ ਕਿ ਮੁੱਢ ਦੇ ਵਿੱਚ ਕਿਹਾ, ਬਿਨਾਂ ਕਿਸੇ ਯੋਜਨਾਬੰਦੀ ਦੇ ਇਹੋ ਜਿਹੇ ਨਤੀਜੇ ਸਾਹਮਣੇ ਆਉਂਦੇ ਆ ਜਿਵੇਂ ਕਿ ਹੁਣ ਸਾਹਮਣੇ ਆ ਰਹੇ ਆ। ਕਿਸੇ ਵੀ ਸਿਆਸੀ ਪਾਰਟੀ ਦੀ ਗੱਲ ਕਰ ਲਓ, ਜੇ ਅੱਜ ਸਿਰ ਦੇ ਉੱਤੇ ਚੋਣਾਂ ਹੋਣ, ਉਹਨਾਂ ਨੇ ਇਸ ਗੱਲ ਦਾ ਵਾਰ-ਵਾਰ ਜ਼ਿਕਰ ਕਰਨਾ ਕਿ ਅਸੀਂ ਬਠਿੰਡੇ ਵਾਲਾ ਹਵਾਈ ਅੱਡਾ ਚਾਲੂ ਕੀਤਾ, ਅਸੀਂ ਇੱਥੋਂ ਉਡਾਣਾ ਸ਼ੁਰੂ ਕੀਤੀਆਂ। ਇਹ ਤਾਂ ਜ਼ਿਕਰ ਹੋਊਗਾ, ਪਰ ਉਡਾਣਾ ਕਿੰਨੀ ਵਾਰ ਬੰਦ ਹੋਈਆਂ ਤੇ ਕਿਹਦੇ ਰਾਜ ਦੇ ਵਿੱਚ ਬੰਦ ਹੋਈਆਂ ਤੇ ਕਿਉਂ ਬੰਦ ਹੋਈਆਂ ਤੇ ਕਦੋਂ ਅਸੀਂ ਚਲਾਵਾਂਗੇ ਤੇ ਕੀ ਇਹਦੇ ਲਈ ਉਦਮ ਕਰਾਂਗੇ, ਇਹਦੇ ਬਾਰੇ ਕਿਸੇ ਨੇ ਗੱਲ ਨਹੀਂ ਜੇ ਕਰਨੀ। ਸੋ ਪੰਜਾਬ ਦੇ ਵਿੱਚ ਹਵਾਈ ਅੱਡੇ ਭਾਵੇਂ ਤੁਸੀਂ ਪਿੰਡ ਦੇ ਵਿੱਚ ਖੋਲ੍ਹ ਦਿਓ, ਪਰ ਜੇਕਰ ਤੁਸੀਂ ਮੁਕੰਮਲ ਪ੍ਰਬੰਧ ਨਹੀਂ ਕਰੋਗੇ ਤਾਂ ਫਿਰ ਉਹਨਾਂ ਦੇ ਖੁੱਲ੍ਹਣ ਦਾ, ਉਹਨਾਂ ਦੇ ਤਿਆਰ ਕਰਨ ਦਾ ਫਾਇਦਾ ਕੀ ਹੈ। ਇਹ ਤਾਂ ਉਹ ਹਾਲ ਆ ਵੀ ਜਿਵੇਂ ਕਿ ਇਸ ਵਕਤ ਏਅਰ ਇੰਡੀਆ ਰੋਡਵੇਜ਼ ਦੀਆਂ ਬੱਸਾਂ ਦੇ ਵਾਂਗੂ ਘਾਟੇ ਦੇ ਵਿੱਚ ਹੈ, ਪਰ ਜਿਹੜੀਆਂ ਪ੍ਰਾਈਵੇਟ ਏਅਰਲਾਈਨ ਕੰਪਨੀਆਂ ਉਹ ਬਿਲਕੁਲ ਉਸੇ ਤਰੀਕੇ ਨਾਲ ਮੁਨਾਫੇਬੰਦੀਆਂ, ਜਿਵੇਂ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੇ ਰਾਜਨੀਤਿਕ ਪਰਿਵਾਰਾਂ ਦੀਆਂ ਪ੍ਰਾਈਵੇਟ ਬੱਸਾਂ ਸਿਖਰ ਦੇ ਉੱਤੇ ਕਾਰੋਬਾਰ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਬੇੜੇ ਲਗਾਤਾਰ ਬੱਸਾਂ ਦੇ ਵਧੀ ਜਾਂਦੇ ਆ ਤੇ ਸਰਕਾਰੀ ਬੱਸਾਂ ਦਾ ਲਗਾਤਾਰ ਬੇੜਾ ਬੈਠੀ ਜਾਂਦਾ। ਬਸ ਇਹਦੇ ਪਿੱਛੇ ਕਾਰਨ ਕੀ ਆ ਆਪਾਂ ਸਾਰੇ ਜਾਣਦੇ ਹਾਂ। ਸੋ ਇਸ ਕਰਕੇ ਜੇ ਅਸੀਂ ਚਾਹੁੰਦੇ ਹਾਂ ਕਿ ਉਡੇ ਦੇਸ਼ ਦਾ ਆਮ ਨਾਗਰਿਕ ਇਹ ਮੁਹਿੰਮ ਸੱਚੀ ਮੁੱਚੀ ਮਜ਼ਾਕ ਵਰਗੀ ਨਾ ਲੱਗੇ, ਤਾਂ ਫਿਰ ਇਹਦੇ ਲਈ ਸਬਸਿਡੀਆਂ ਦਾ ਪ੍ਰਬੰਧ ਵੀ ਕਰਨਾ ਪੈਣਾ। ਲੋਕ ਕਿਉਂ ਜਾਣ ਬਠਿੰਡੇ ਦੇ ਹਵਾਈ ਅੱਡੇ ਦੇ ਉੱਤੇ, ਕਿਹੜੇ ਕਾਰਨ ਕਰਕੇ ਆਦਮਪੁਰ ਤੋਂ ਜਹਾਜ਼ ਫੜਨ ਦਿੱਲੀ ਦਾ, ਇਹਦੇ ਲਈ ਸਾਨੂੰ ਸੋਚਣਾ ਵੀ ਪਊਗਾ। ਉਹਨਾਂ ਦੇ ਮਨ ਦੇ ਵਿੱਚ ਕਿਹੜੀ ਗੱਲ ਬਿਠਾਉਣੀ ਆ, ਉਹਨਾਂ ਨੂੰ ਕਿਵੇਂ ਸਹੂਲਤ ਮੁਹੱਈਆ ਕਰਵਾਉਣੀ ਆ, ਉਹ ਕਿਉਂ ਇੱਥੋਂ ਜਹਾਜ਼ ਲੈਣ, ਉਹਨਾਂ ਨੂੰ ਸਸਤਾ ਪਵੇ, ਉਹਨਾਂ ਨੂੰ ਕਿਹੜੀ ਹੋਰ ਸਹੂਲਤ ਦੇਣੀ ਆ, ਇਹਦੇ ਵੱਲ ਵੀ ਖਿਆਲ ਕਰਨਾ ਪਊਗਾ। ਇਹ ਇਕੱਲੇ ਚੋਣ ਵਾਅਦਿਆਂ ਵਾਲੀਆਂ ਗੱਲਾਂ ਨਹੀਂ ਵੀ ਦੇਖੋ ਜੀ ਸਾਡੀ ਇੱਕ ਆਹ ਪ੍ਰਾਪਤੀ ਅਸੀਂ ਆਹ ਵੀ ਕਰਕੇ ਦਿਖਾ ਦਿੱਤਾ। ਸੋ ਬਠਿੰਡੇ ਵਾਲਾ ਹਵਾਈ ਅੱਡਾ ਬੰਦ ਹੋ ਜਾਣਾ, ਇਹ ਆਪਣੇ ਆਪ ਦੇ ਵਿੱਚ ਹੈਰਾਨੀ ਵਾਲੀ ਗੱਲ ਹੈ। ਭਾਰਤ ਦੇ ਸੜਕੀ ਆਵਾਜਾਈ ਵਿਭਾਗ ਦੇ ਮੰਤਰੀ ਨਿਤਿਨ ਗਡਕਰੀ ਹੋਰਾਂ ਦੇ ਵੱਲੋਂ ਸਦਨ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਨੂੰ ਇਸ ਕਿਸਾਨ ਅੰਦੋਲਨ ਦੇ ਕਰਕੇ ਹਰ ਰੋਜ਼ ਲਗਭਗ ਪੌਣੇ 2 ਕਰੋੜ ਰੁਪਏ ਦਾ ਘਾਟਾ ਪੈ ਰਿਹਾ। ਸਾਨੂੰ ਇਸ ਗੱਲ ਦਾ ਦੁੱਖ ਹੈ ਵੀ ਕੇਂਦਰ ਦੀ ਸਰਕਾਰ ਹੈ ਜਿਹੜੀ ਉਹ ਘਾਟਾ ਮਹਿਸੂਸ ਕਰਦੀ ਹੈ ਜਾਂ ਉਹਨੂੰ ਘਾਟਾ ਪੈ ਰਿਹਾ, ਪਰ ਘਾਟਾ ਕਿਉਂ ਪੈ ਰਿਹਾ, ਸਵਾਲ ਅਸਲ ਦੇ ਵਿੱਚ ਸਭ ਤੋਂ ਮਹੱਤਵਪੂਰਨ ਇਹ ਆ, ਕੇਂਦਰ ਦੇ ਕਿੰਨੇ ਕੁ ਮੰਤਰੀ ਜਾਂ ਭਾਰਤ ਦੇ ਕਿੰਨੇ ਕੁ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਆ ਜਿਹੜੇ ਕਿ 80 ਦਿਨ ਦਾ ਸਮਾਂ ਸੜਕ ਦੇ ਉੱਤੇ ਬੈਠ ਲੈਣ, ਜਿਹੜੇ ਕਿ ਟਰਾਲੀ ਦੇ ਵਿੱਚ 80 ਦਿਨ ਤੇ 80 ਰਾਤਾਂ ਕੱਟ ਲੈਣ। ਜੇ ਤਾਂ ਉਹ ਕੱਟ ਲੈਣ ਤਾਂ ਮੰਨੀਏ, ਭਾਵੇਂ ਅਸੀਂ ਏਸੀ ਕਮਰੇ ਦੇ ਵਿੱਚ ਬੈਠ ਕੇ ਜਿੰਨੇ ਮਰਜ਼ੀ ਕਾਨੂੰਨ ਬਣਾਈ ਜਾਈਏ, ਪਰ ਜਿਹੜੇ ਪ੍ਰੈਕਟੀਕਲ ਤੌਰ ਦੇ ਉੱਤੇ ਲੋਕ ਆ ਵਿਚਰਨ ਵਾਲੇ, ਉਹਨਾਂ ਦੀ ਵੀ ਮਿੱਥਿਆ ਚੱਲਣੀ ਚਾਹੀਦੀ ਹੈ। ਹੈਰਾਨੀ ਇਸ ਗੱਲ ਦੀ ਆ ਕਿ ਭਾਰਤ ਦੇ ਵਿੱਚ ਕਾਨੂੰਨ ਬਣਾ ਕੇ ਵੀ ਲੋਕਾਂ ਦੀ ਨਹੀਂ ਮੰਨੀ ਜਾਂਦੀ ਤੇ ਵਿਦੇਸ਼ਾਂ ਦੇ ਵਿੱਚ ਕਾਨੂੰਨ ਬਣਾਉਣ ਤੋਂ ਪਹਿਲਾਂ ਲੋਕਾਂ ਦਾ ਸਰਵੇਖਣ ਕਰਵਾਇਆ ਜਾਂਦਾ ਵੀ ਲੋਕ ਕਿਹੜੀ ਗੱਲ ਦੇ ਪੱਖ ਦੇ ਵਿੱਚ ਆ, ਕਿਹੜੀ ਗੱਲ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਜਾਂਦੀ, ਕਿਹੜੀ ਗੱਲ ਦਾ ਲੋਕ ਵਿਰੋਧ ਕਰਦੇ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਨਿਤਿਨ ਗਡਕਰੀ ਹੋਰਾਂ ਨੇ ਕਿਹੜੀ ਬਾਤ ਪੇਸ਼ ਕੀਤੀ ਆ ਪਾਰਲੀਮੈਂਟ ਦੇ ਵਿੱਚ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਦੇਸ਼ ਭਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਟੋਲ ਪਲਾਜ਼ਾ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਚਲਾਏ ਜਾਂਦੇ ਨੇ, ਪਰ ਕੁਝ ਸਮੇਂ ਤੋਂ NHAI ਆਪਣੇ ਕੁਝ ਟੋਲ ਪਲਾਜ਼ਿਆਂ ਤੋਂ ਰੋਜ਼ਾਨਾ ਲੱਖਾਂ ਦਾ ਨੁਕਸਾਨ ਚੱਲ ਰਿਹਾ ਹੈ। ਇਹ ਜਾਣਕਾਰੀ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿੱਚ ਦਿੱਤੀ ਹੈ। ਇੱਕ ਸਵਾਲ ਦੇ ਉੱਤਰ ਵਿੱਚ ਉਹਨਾਂ ਨੇ ਕਿਹਾ, ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਕਰਕੇ ਇਹ ਨੁਕਸਾਨ ਟੋਲ ਪਲਾਜ਼ਿਆਂ ਦੇ ਉੱਤੇ ਹੋ ਰਿਹਾ। ਮਹੱਤਵਪੂਰਨ ਗੱਲ ਇਹ ਹੈ ਕਿ 79 ਦਿਨਾਂ ਤੋਂ ਕਿਸਾਨ 3 ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਗਾਜ਼ੀਪੁਰ, ਟਿਕਰੀ ਤੇ ਸਿੰਘੂ ਸਰਹੱਦਾਂ ਦੇ ਉੱਤੇ ਅੰਦੋਲਨ ਕਰ ਰਹੇ ਨੇ। ਹਾਲਾਂਕਿ ਲੋਕ ਸਭਾ ਦੇ ਵਿੱਚ ਦਿੱਤੇ ਗਏ ਜਵਾਬ ਦੌਰਾਨ ਗਡਕਰੀ ਨੇ ਇਹ ਨਹੀਂ ਦੱਸਿਆ ਕਿ ਨੁਕਸਾਨ ਕਿਵੇਂ ਹੋ ਰਿਹਾ, ਕੀ ਕਿਸਾਨਾਂ ਨੇ ਟੋਲ ਪਲਾਜ਼ਿਆਂ ਦੇ ਉੱਤੇ ਕਬਜ਼ਾ ਕਰ ਲਿਆ ਜਾਂ ਕਿਸਾਨਾਂ ਨੇ ਉੱਥੇ ਸੜਕਾਂ ਜਾਮ ਕੀਤੀਆਂ ਨੇ ਜਿਸ ਕਰਕੇ ਵਾਹਨ ਚੱਲਣ ਦੇ ਯੋਗ ਨਹੀਂ ਤੇ ਟੋਲ ਬੰਦ ਨੇ। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਕਾਰੋਬਾਰ ਕਰਨ ਦੇ 2 ਤਰੀਕੇ ਨੇ। ਇੱਕ, ਦਿੱਲੀ ਦੇ ਵਿੱਚ ਦੂਜੇ ਸੂਬਿਆਂ ਤੋਂ ਮਾਲ ਮੰਗਵਾਇਆ ਜਾਂਦਾ ਹੈ। ਦੂਜਾ ਇਹ ਕਿ ਦੂਜੇ ਰਾਜਾਂ ਤੇ ਦਿੱਲੀ ਦੇ ਨਾਲ ਲੱਗਦੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਇੱਥੇ ਹਰ ਰੋਜ਼ ਚੀਜ਼ਾਂ ਖਰੀਦਣ ਆਉਂਦੇ ਨੇ, ਪਰ ਕਾਰੋਬਾਰ ਪਿਛਲੇ ਲਗਭਗ 80 ਦਿਨ ਤੋਂ ਰੁਕਿਆ ਹੋਇਆ। ਇਕੱਲੇ 70,000 ਕਰੋੜ ਦਾ ਨੁਕਸਾਨ ਉਹਨਾਂ ਕਾਰੋਬਾਰੀਆਂ ਨੂੰ ਹੋਇਆ ਜੋ ਦੂਜੇ ਰਾਜਾਂ ਤੋਂ ਮਾਲ ਮੰਗਵਾਉਂਦੇ ਨੇ। ਇਸ ਦੇ ਨਾਲ ਹੀ ਉਹਨਾਂ ਵਪਾਰੀਆਂ ਦਾ 40,000 ਕਰੋੜ ਦਾ ਨੁਕਸਾਨ ਹੋਇਆ ਜਿਨ੍ਹਾਂ ਦੇ ਲੋਕ ਦੂਜੇ ਸ਼ਹਿਰਾਂ ਤੇ ਰਾਜਾਂ ਤੋਂ ਮਾਲ ਖਰੀਦਣ ਵਾਸਤੇ ਆਉਂਦੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਨੁਕਸਾਨ ਹੋ ਰਿਹਾ, ਇਹ ਗੱਲ ਸੱਚੀ ਹੈ, ਪਰ ਨੁਕਸਾਨ ਜਿੰਨਾ ਕਿਸਾਨੀ ਦਾ ਤੇ ਜਿੰਨਾ ਕਿਸਾਨ ਦੇ ਨਾਲ ਬਾਕੀ ਹੋਰ ਵਰਗਾਂ ਦਾ ਭਾਰਤ ਦੇ ਵਿੱਚ ਹੋ ਰਿਹਾ, ਉਹਦੀ ਭਰਪਾਈ ਕੌਣ ਕਰੂਗਾ? ਇਸ ਗੱਲ ਦਾ ਨੁਕਸਾਨ ਹੋ ਰਿਹਾ ਆਰਥਿਕ ਤੌਰ ਦੇ ਉੱਤੇ ਟੋਲ ਪਲਾਜ਼ਿਆਂ ਦੇ ਕਰਕੇ, ਚਲੋ ਸਾਨੂੰ ਦੁੱਖ ਹੈ, ਪਰ ਕੇਂਦਰ ਦਾ ਕਿਹੜਾ ਮੰਤਰੀ ਹੈ ਜਿਹਨੇ ਇਸ ਗੱਲ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ?
ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਵੱਖ-ਵੱਖ ਬਾਰਡਰਾਂ ਦੇ ਉੱਤੇ ਬੈਠੇ ਦਮ ਤੋੜ ਗਏ ਆ। ਅਸੀਂ ਉਹਨਾਂ ਦੇ ਹੱਕ ਦੇ ਵਿੱਚ ਇੱਕ ਫੋਕਾ ਹਾ ਦਾ ਨਾਅਰਾ ਵੀ ਮਾਰਦੇ ਹਾਂ। ਅਸੀਂ ਉਹਨਾਂ ਦੇ ਟੱਬਰ ਦੇ ਨਾਲ ਮੁਲਾਕਾਤ ਕਰਦੇ ਹਾਂ, ਪੀੜਤ ਪਰਿਵਾਰਾਂ ਦੇ ਲਈ ਕੁਝ ਨਾ ਕੁਝ ਸੋਚਦੇ ਹਾਂ। ਜੇਕਰ ਇੱਧਰ ਵੱਡੇ ਸਰਮਾਏਦਾਰ ਲੋਕਾਂ ਦਾ ਨੁਕਸਾਨ ਹੋਵੇ ਤਾਂ ਪਾਰਲੀਮੈਂਟ ਦੇ ਵਿੱਚ ਗੱਲ ਪ੍ਰਧਾਨ ਮੰਤਰੀ ਸਾਹਿਬ ਵੀ ਕਰਦੇ ਆ, ਇਹ ਵੀ ਗੱਲ ਕਹਿੰਦੇ ਆ ਵੀ ਭਾਈ ਜਿਹੜੇ ਮੋਬਾਈਲ ਟਾਵਰ ਆ ਉਹ ਤੋੜੇ ਗਏ ਆ, ਚਲੋ ਨਹੀਂ ਤੋੜਨੇ ਚਾਹੀਦੇ, ਅਸੀਂ ਮੰਨਦੇ ਹਾਂ, ਬਿਲਕੁਲ ਗਲਤ ਗੱਲ ਹੈ। ਪਰ ਉਧਰ ਤਾਂ ਆਪਾਂ ਨੂੰ ਦੁੱਖ ਆ ਵੀ ਅਰਬਪਤੀਆਂ ਦੇ ਖਰਬਪਤੀਆਂ ਦੇ ਨੁਕਸਾਨ ਕੀਤੇ ਜਾ ਰਹੇ ਆ। ਪਰ ਜਿਹੜੇ ਸਧਾਰਨ ਲੋਕ ਆ ਜਿਨ੍ਹਾਂ ਦੇ ਸਿਰ ਦੇ ਉੱਤੇ ਪਹਿਲਾਂ ਹੀ 15-15 20-20 ਲੱਖ ਰੁਪਏ ਦਾ ਕਰਜ਼ਾ, ਘਰ ਦੇ ਵਿੱਚ ਇੱਕ ਜੀ ਖੇਤੀ ਦਾ ਕੰਮ ਕਰਨ ਵਾਲਾ ਉਹ ਵੀ ਮਰ ਮੁੱਕ ਜਾਂਦਾ, ਉਹ ਵੀ ਉੱਥੇ ਜਾ ਕੇ ਬਾਰਡਰ ਤੇ ਸ਼ਹੀਦ ਹੋ ਜਾਂਦਾ ਹੈ, ਉਦੋਂ ਕੋਈ ਵੀ ਨਹੀਂ ਕੁਝ ਬੋਲਦਾ। ਦੁੱਖ ਇਸ ਗੱਲ ਦਾ। ਸੋ ਗਡਕਰੀ ਸਾਹਿਬ ਨੂੰ ਜੇਕਰ ਦੁੱਖ ਆ ਕਿ ਭਾਈ ਇਸ ਟੋਲ ਪਲਾਜ਼ਾ ਦੇ ਕਰਕੇ ਨੁਕਸਾਨ ਬੜਾ ਹੋ ਰਿਹਾ, ਕਿਸੇ ਨੂੰ ਇਹ ਲੱਗਦਾ ਜੀ ਕਿ ਇਹਦਾ ਤਾਂ ਦਿੱਲੀ ਦਾ ਵਿਕਾਸ ਬਹੁਤ ਰੁਕ ਰਿਹਾ, ਇਹ ਤਾਂ ਜੀ ਕਿਸਾਨ ਬੜਾ ਪਰੇਸ਼ਾਨ ਕਰਦੇ ਆ। ਕਿਸਾਨ ਖੁਦ ਵੀ ਪਰੇਸ਼ਾਨ ਹੋਏ ਬੈਠੇ ਆ, ਕੇਂਦਰ ਦੀ ਸਰਕਾਰ ਕਿਤੇ ਤਾਂ ਜਿਵੇਂ ਕਰਦੀ ਹੈ। ਕਿਸਾਨਾਂ ਦਾ ਇਹ ਕਹਿਣਾ ਕਿ ਤੁਸੀਂ ਸਾਡੀਆਂ ਮੰਗਾਂ ਮੰਨੋ, ਜੇ ਅਸੀਂ 24 ਘੰਟਿਆਂ ਦੇ ਵਿੱਚ ਟਰਾਲੀਆਂ ਵਾਪਸ ਨਾ ਲੈ ਜਾਈਏ ਤਾਂ ਫਿਰ ਤੁਸੀਂ ਸਾਨੂੰ ਕਿਉਂ ਵੀ ਅਸੀਂ ਕਸੂਰਵਾਰ ਹਾਂ। ਤੁਸੀਂ ਮੰਗ ਮੰਨ ਕੇ ਨਹੀਂ ਰਾਜ਼ੀ, ਅਸੀਂ ਵਾਪਸ ਜਾ ਕੇ ਨਹੀਂ ਰਾਜ਼ੀ, ਗੱਲ ਇੱਥੇ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।